ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਫਿਜ਼ਿਕਸ ਦੀ ਜੋ ਸੀਰੀਜ਼ ਸਟਾਰਟ ਕੀਤੀ ਹੈ ਮਾਸਟਰ ਕੈਡਰ ਐਗਜ਼ਾਮ ਦੀ ਲਈ ਉਸ ਨੂੰ ਕੰਟੀਨਿਊ ਕਰਾਂਗੇ। ਜੋ ਆਪਾਂ ਨੇ ਕਾਫੀ ਸਾਰੇ ਲੈਕਚਰਸ ਆਪਾਂ ਲਗਾ ਚੁੱਕੇ ਹਾਂ, ਅਗਰ ਤੁਸੀਂ ਨਹੀਂ ਦੇਖੇ ਤਾਂ ਉਹਨਾਂ ਨੂੰ ਦੇਖ ਲਓ। ਸਟਾਰਟ ਕਰਦੇ ਹਾਂ। ਅੱਜ ਜੋ ਆਪਾਂ ਚੈਪਟਰ ਕਰਾਂਗੇ ਉਹ ਹੈ ਸੋਲਿਡ ਸਟੇਟ ਐਂਡ ਇਲੈਕਟ੍ਰੋਨਿਕਸ। ਇਹ ਯੂਨਿਟਸ ਹੈ। ਸੋਲਿਡ ਸਟੇਟ ਦੇ ਆਪਾਂ ਕਾਫੀ ਸਾਰੇ ਲੈਕਚਰਸ ਲਗਾ ਚੁੱਕੇ ਹਾਂ। ਅੱਜ ਨਾਲ ਆਪਾਂ ਇਲੈਕਟ੍ਰੋਨਿਕਸ ਨੂੰ ਵੀ ਕੀ ਕਰਾਂਗੇ, ਸਟਾਰਟ ਕਰਾਂਗੇ। ਦੇਖੋ, ਲਾਸਟ ਆਪਾਂ ਗੱਲ ਕੀਤੀ ਸੀ ਜੋ ਟੌਪਿਕ ਸੀ ਸੈਮ ਐਂਡ ਟੈਮ। ਦੋ ਟੌਪਿਕ ਆਪਾਂ ਲਾਸਟ ਡਿਸਕਸ ਕੀਤੇ ਸੀ। ਇਸ ਤੋਂ ਇਲਾਵਾ ਆਪਾਂ ਬ੍ਰੈਗਸ ਦੇ ਜੋ ਅੱਗੇ ਡਿਫਰੈਕਸ਼ਨ ਹੈ ਐਕਸ-ਰੇਜ਼ ਦੀ ਉਹਨਾਂ ਨੂੰ ਵੀ ਡਿਸਕਸ ਕਰ ਚੁੱਕੇ ਹਾਂ। ਨੈਕਸਟ ਜੋ ਤੁਹਾਡਾ ਟੌਪਿਕ ਹੈ ਉਹ ਹੈ ਸੁਪਰ ਕੰਡਕਟਰਸ। ਦੇਖੋ ਸੁਪਰ ਕੰਡਕਟਰਸ ਕੀ ਹੁੰਦੇ ਆ, ਬਹੁਤ ਲੋ ਟੈਂਪਰੇਚਰ ਤੇ ਵੈਰੀ ਲੋ ਟੈਂਪਰੇਚਰ ਤੇ ਜਦੋਂ ਮੈਟਲਸ ਹੁੰਦੀਆਂ ਉਹ ਕੀ ਕਰਦੇ ਨੇ, ਆਪਣੀ ਰੈਜ਼ਿਸਟੈਂਸ ਦੀ ਪ੍ਰੋਪਰਟੀ ਨੂੰ ਲੂਜ਼ ਕਰ ਦੇਣ, ਖ਼ਤਮ ਕਰ ਦੇਣ ਤੇ ਕਰੰਟ ਨੂੰ ਪਾਸ ਕਰਵਾ ਦੇਣ ਆਪਣੇ ਵਿੱਚੋਂ। ਮੀਨਸ ਆਪਣੀ ਜੋ ਬੋਡੀ ਹੈ ਮੈਟਲ ਆਪਣੇ ਵਿੱਚੋਂ ਜਦੋਂ ਕਰੰਟ ਪਾਸ ਕਰਵਾ ਦੇ ਰੈਜ਼ਿਸਟੈਂਸ ਨੂੰ ਖ਼ਤਮ ਕਰਦੇ ਹੋਏ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਸੁਪਰ ਕੰਡਕਟਰ। ਦ ਮਟੀਰੀਅਲ ਇਨ ਦਿਸ ਸਟੇਟ, ਜੋ ਮਟੀਰੀਅਲ ਇਸ ਸਟੇਟ ਨੂੰ ਫੋਲੋ ਕਰਦਾ ਕਿ ਜਦੋਂ ਉਹਦੇ ਬਹੁਤ ਘੱਟ ਟੈਂਪਰੇਚਰ ਹੈ ਤੇ ਉਹ ਰੈਜ਼ਿਸਟੈਂਸ ਦੀ ਪ੍ਰੋਪਰਟੀ ਨੂੰ ਲੂਜ਼ ਕਰ ਚੁੱਕੇ ਹੈ ਤੇ ਕਰੰਟ ਪਾਸ ਹੋ ਰਿਹਾ, ਉਹਨਾਂ ਨੂੰ ਕੀ ਬੋਲਦੇ ਆਪਾਂ, ਸੁਪਰ ਕੰਡਕਟਰ ਬੋਲਦੇ ਹਾਂ। ਦੇਖੋ ਇਸ ਟਾਈਮ ਤੇ ਅਗਰ ਆਪਾਂ ਗੱਲ ਕਰੀਏ ਟੈਂਪਰੇਚਰ ਕੀ ਆ ਜਾਂਦਾ ਹੈ, ਇਸ ਟਾਈਮ ਤੇ ਅਗਰ ਆਪਾਂ ਗੱਲ ਕਰੀਏ ਟੈਂਪਰੇਚਰ ਮਤਲਬ ਕੀ ਹੈ, ਜ਼ੀਰੋ ਦੇ ਵੱਲ ਕੀ ਹੈ ਜਾਣਾ ਸ਼ੁਰੂ ਕਰ ਦਿੰਦਾ। ਜਦੋਂ ਟੈਂਪਰੇਚਰ ਜ਼ੀਰੋ ਵੱਲ ਜਾਣਾ ਸ਼ੁਰੂ ਕਰਦਾ ਉਸ ਨੂੰ ਆਪਾਂ ਕੀ ਬੋਲਦੇ ਹਾਂ, ਕ੍ਰਿਟੀਕਲ ਟੈਂਪਰੇਚਰ ਬੋਲਦੇ ਹਾਂ। ਦੇਖੋ ਕ੍ਰਿਟੀਕਲ ਟੈਂਪਰੇਚਰ ਅਗਰ ਗ੍ਰੇਟਰ ਹੈ 25 ਕੈਲਵਿਨ ਤੋਂ ਤਾਂ ਉਸ ਨੂੰ ਆਪਾਂ ਹਾਈ ਟੈਂਪਰੇਚਰ ਬੋਲਾਂਗੇ ਸੁਪਰ ਕੰਡਕਟਰ ਦਾ। ਮਤਲਬ ਅਗਰ ਕ੍ਰਿਟੀਕਲ ਟੈਂਪਰੇਚਰ ਜ਼ਿਆਦਾ ਹੈ ਕਿਸ ਤੋਂ, 25 ਕੈਲਵਿਨ ਤੋਂ, ਉਹ ਕੀ ਹੋ ਜਾਏਗਾ, ਆਪਣੇ ਕੋਲ ਹਾਈ ਟੈਂਪਰੇਚਰ ਹੋ ਜਾਏਗਾ। ਕਲੀਅਰ। ਦੇਖੋ ਕਰੰਟ ਕਿਵੇਂ ਪ੍ਰੋਡਿਊਸ ਹੁੰਦਾ, ਮੈਗਨੈਟਿਕ ਫੀਲਡ ਦੇ ਵਿੱਚ ਤਾਂ ਦੇਖੋ ਬਹੁਤ ਸਾਰਾ, ਅਗਰ ਆਪਾਂ ਗੱਲ ਕਰੀਏ ਦੇਖੋ ਇੱਥੇ ਰੈਜ਼ਿਸਟੈਂਸ ਕੀ ਹੋ ਰਿਹਾ, ਜ਼ੀਰੋ ਹੋ ਰਿਹਾ। ਕਰੰਟ ਜਦੋਂ ਮੈਗਨੈਟਿਕ ਫੀਲਡ ਦੇ ਵਿੱਚ ਪ੍ਰੋਡਿਊਸ ਹੁੰਦਾ ਤਾਂ ਬਹੁਤ ਮਤਲਬ ਕਾਫੀ ਸਮੇਂ ਲਈ ਰਹਿੰਦਾ, ਬਹੁਤ ਸਾਲਾਂ ਲਈ ਰਹਿੰਦਾ, ਜਿਹਦੇ ਨਾਲ ਆਪਣਾ ਕੀ ਪ੍ਰੂਫ ਕਰਦਾ ਕਿ ਉਹ ਰੈਜ਼ਿਸਟੈਂਸ ਉਹਦਾ ਕੀ ਹੁੰਦਾ, ਜ਼ੀਰੋ ਹੋ ਜਾਂਦਾ। ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਕੋਈ ਵੀ ਅਮਾਊਂਟ ਆਫ ਕਰੰਟ ਇਸ ਦੇ ਵਿੱਚੋਂ ਪਾਸ ਨਹੀਂ ਕਰਦੀ, ਐਨੀ ਅਮਾਊਂਟ ਆਫ ਕਰੰਟ ਡਜ਼ਨਟ ਪਾਸ ਥਰੂ ਅ ਸੁਪਰ ਕੰਡਕਟਰ, ਜਦੋਂ ਆਪਾਂ ਕੀ ਅਪਲਾਈ ਕਰ ਦਾਂਗੇ, ਸਟਰੋਂਗ ਮੈਗਨੈਟਿਕ ਫੀਲਡ ਕੀ ਕਰ ਦਾਂਗੇ, ਅਪਲਾਈ ਕਰ ਦਾਂਗੇ। ਜਦੋਂ ਆਪਾਂ ਸਟਰੋਂਗ ਮੈਗਨੈਟਿਕ ਫੀਲਡ ਅਪਲਾਈ ਕਰ ਦਾਂਗੇ ਤਾਂ ਇਸ ਦੇ ਵਿੱਚੋਂ ਅਮਾਊਂਟ ਆਫ ਕਰੰਟ ਪਾਸ ਨਹੀਂ ਹੋਏਗਾ। ਕਲੀਅਰ। ਦੇਖਦੇ ਹਾਂ ਆਪਾਂ। ਦੇਖੋ ਲਿਖਿਆ ਵੀ ਹੋਇਆ ਤੁਹਾਡਾ ਇੱਥੇ ਕਿ ਐਨੀ ਅਮਾਊਂਟ ਆਫ ਕਰੰਟ ਡਜ਼ਨਟ ਪਾਸ ਥਰੂ ਦੈਮ ਥਰੂ ਅ ਸੁਪਰ ਕੰਡਕਟਰ, ਜਦੋਂ ਆਪਾਂ ਕੀ ਹੈ ਸਟਰੋਂਗ ਮੈਗਨੈਟਿਕ ਫੀਲਡ ਇਸ 'ਤੇ ਕੀ ਕਰ ਦਿੰਦੇ ਹਾਂ, ਬਾਹਰਲੀ ਸਾਈਡ ਅਪਲਾਈ ਕਰ ਦਿੰਦੇ ਹਾਂ। ਸੁਪਰ ਕੰਡਕਟਰ ਕਿਹਦੇ ਵਿੱਚ ਕਨਵਰਟ ਹੋ ਜਾਊਗਾ, ਕੰਡਕਟਰ ਦੇ ਵਿੱਚ ਕਨਵਰਟ ਹੋ ਜਾਊਗਾ। ਜੋ ਇਹਦੇ ਅਰਾਊਂਡ ਜੋ ਇਹ ਫੀਲਡ ਕ੍ਰੀਏਟ ਹੋਇਆ ਨਾ, ਇਹ ਵਾਲਾ ਜੋ ਫੀਲਡ ਕ੍ਰੀਏਟ ਹੋਇਆ, ਇਹ ਸੁਪਰ ਕੰਡਕਟਿੰਗ ਜੋ ਪਾਵਰ ਹੈ, ਕੰਡਕਟਿਵਿਟੀ ਹੈ, ਉਸ ਨੂੰ ਡਿਸਟਰੋਏ ਕਰ ਦੇਗਾ ਤੇ ਇਸ ਨੂੰ ਕੀ ਕਿਹਾ ਜਾਂਦਾ, ਕ੍ਰਿਟੀਕਲ ਫੀਲਡ ਕਿਹਾ ਜਾਂਦਾ ਹੈ। ਕਲੀਅਰ। ਨੈਕਸਟ ਹੈ ਆਪਣੇ ਕੋਲ ਸਿਲਬੈਸੇ ਇਫੈਕਟ। ਦੇਖੋ ਸਿਲਬੈਸੇ ਇਫੈਕਟ ਕੀ ਹੁੰਦਾ, ਇਸ ਦੇ ਵਿੱਚ ਇਹ ਸਿੱਧਾ ਪੁਆਇੰਟਸ ਹੈ, ਤੁਸੀਂ ਇਹ ਯਾਦ ਰੱਖਣੇ। ਇਹ ਕੀ ਪੋਜ਼ੈਸ ਕਰਦਾ, ਇਹ ਲਿਮਿਟ ਟੂ ਦਾ ਕਰੰਟ, ਇੱਕ ਲਿਮਿਟ ਕੀ ਹੈ ਫਿਕਸ ਕਰ ਦਿੰਦਾ ਕਰੰਟ ਦੀ ਪਾਸ ਹੋਣ ਦੀ, ਕਿਸ ਦੇ ਵਿੱਚ, ਸੁਪਰ ਕੰਡਕਟਰ ਦੇ ਵਿੱਚ। ਦੇਖੋ ਇਹ ਨੋਰਮਲ ਡਰਾਨ ਕੀਤੀ ਹੋਈ ਹੈ, ਟੈਂਪਰੇਚਰ TC ਦੇ ਵਿੱਚ ਤੇ ਜੋ ਆਪਣਾ ਕ੍ਰਿਟੀਕਲ ਫੀਲਡ ਸੀ HC ਨਾਲ ਉਹਨੂੰ ਡੋਨੇਟ ਕਰਦੇ ਆ, ਉਹਨਾਂ ਦੇ ਵਿਚਕਾਰ ਇੱਕ ਗ੍ਰਾਫ ਬਣਿਆ ਹੋਇਆ। ਇਹ ਜਿੰਨਾ ਵੀ ਪੋਰਸ਼ਨ ਹੈ ਇਹ ਕਿਸ ਦੇ, ਸੁਪਰ ਕੰਡਕਟਰ ਦਾ। ਕਲੀਅਰ। ਨੈਕਸਟ ਆਪਣੇ ਕੋਲ ਹੈਗਾ ਮਿਜ਼ਨਰੀ ਇਫੈਕਟ। ਦੇਖੋ ਮਿਜ਼ਨਰੀ ਇਫੈਕਟ ਆਪਾਂ ਨੂੰ ਕੀ ਕਹਿ ਰਿਹਾ, ਮਿਜ਼ਨਰੀ ਇਫੈਕਟ ਦਾ ਕੀ ਮਤਲਬ ਹੈ, ਇਹ ਇੱਕ ਫਿਨੋਮੀਨ ਹੈ ਜਦੋਂ ਆਪਾਂ ਮੈਗਨੈਟਿਕ ਫਲਕਸ ਕੀ ਕਰ ਰਹੇ ਹਾਂ, ਐਕਸਪੈਲ ਕਰ ਰਹੇ ਹਾਂ, ਵਧਾ ਰਹੇ ਹਾਂ ਮੈਗਨੈਟਿਕ ਫੀਲਡ ਨੂੰ, ਕਿਹਦੇ ਵਿੱਚ, ਬਾਏ ਸੁਪਰ ਕੰਡਕਟਰ ਦੇ ਥਰੂ, ਤਾਂ ਉਸ ਨੂੰ ਮਿਜ਼ਨਰੀ ਇਫੈਕਟ ਕਿਹਾ ਜਾਂਦਾ। ਦੇਖੋ ਕੋਈ ਮਟੀਰੀਅਲ ਹੈ ਜੋ ਕੀ ਹੈ ਐਕਸਪੈਲ ਕਰ ਰਿਹਾ ਮੈਗਨੈਟਿਕ ਫੀਲਡ ਨੂੰ, ਕਾਹਦੇ ਕਰਕੇ, ਬਾਏ ਡਾਇਆਮੈਗਨੈਟਿਕ। ਆਪਾਂ ਅੱਗੇ ਪੜ੍ਹਾਂਗੇ ਡਾਇਆਮੈਗਨੈਟਿਕ ਕੀ ਹੁੰਦਾ, ਪੈਰਾਮੈਗਨੈਟਿਕ ਕੀ ਹੁੰਦਾ। ਸਭ ਤੋਂ ਪਹਿਲਾਂ ਨੋਰਮਲ ਸਟੇਟ ਦੇ ਵਿੱਚ ਹੈ, ਜਦੋਂ ਤੁਸੀਂ ਇਸ ਨੂੰ ਕੂਲਿੰਗ ਪ੍ਰੋਵਾਈਡ ਕੀਤੀ ਇਹ ਸੁਪਰ ਕੰਡਕਟਰ ਬਣ ਜਾਏਗਾ। ਦੈਨ ਤੁਸੀਂ ਇਸ ਨੂੰ ਕੀ ਕਰਾ ਰਹੇ ਹੋ, ਕ੍ਰਿਟੀਕਲ ਫੀਲਡ ਪ੍ਰੋਵਾਈਡ ਕਰਵਾ ਰਹੇ ਹੋ। ਠੀਕ ਹੈ ਜੀ। ਫੀਲਡ ਪ੍ਰੋਵਾਈਡ ਕਰਵਾਉਣ ਤੋਂ ਬਾਅਦ ਇਹ ਕੀ ਹੈ, ਐਕਸਪੈਲ ਕੀਤਾ ਜਾਊਗਾ ਬਾਏ ਸੁਪਰ ਕੰਡਕਟਰ, ਮੀਨਸ ਦੇਖੋ ਪਰੇ ਪਰੇ ਹੋ ਗਈਆਂ।
ਦੇਖੋ ਫਿਰ ਇਸ ਨੂੰ ਕੀ ਕੀਤਾ ਗਿਆ, ਜਦੋਂ ਤੁਸੀਂ ਐਕਸਪੈਲ ਹੋ ਗਏ ਸੁਪਰ ਕੰਡਕਟਰ ਦੁਆਰਾ, ਜਦੋਂ ਇਹ ਨੋਰਮਲ ਸਟੇਟ ਦੇ ਵਿੱਚ ਆ ਜਾਂਦਾ ਫਿਰ ਕੂਲਿੰਗ ਕਰੋਗੇ, ਫਿਰ ਇਹ ਐਕਸਪੈਲ ਹੋ ਜੂ ਸੁਪਰ ਕੰਡਕਟਰ ਦੁਆਰਾ। ਤਾਂ ਇੱਥੇ ਕੀ ਸ਼ੋ ਕਰ ਰਿਹਾ ਕਿ ਸੁਪਰ ਕੰਡਕਟਰ ਦੇ ਵਿੱਚ ਕੀ ਹੈ, ਮੈਗਨੈਟਿਕ ਫੀਲਡ ਐਗਜ਼ਿਸਟ ਨਹੀਂ ਕਰਦਾ, ਮੈਗਨੈਟਿਕ ਫੀਲਡ ਕੀ ਹੋ ਜਾਏਗਾ, ਜ਼ੀਰੋ ਹੋ ਜਾਏਗਾ। ਦੇਖੋ ਮੈਗਨੈਟਿਕ ਫੀਲਡ ਆਪਾਂ ਕਿੱਦਾਂ ਫਾਈਂਡ ਆਊਟ ਕਰਦੇ ਹਾਂ, B ਇਜ਼ ਇਕੁਅਲ ਟੂ ਮਿਊ ਨੋਟ H ਪਲਸ M, ਇਹ ਕਿਸ ਦੇ ਇਕੁਅਲ ਹੈ, ਜ਼ੀਰੋ ਦੇ, ਸੁਪਰ ਕੰਡਕਟਰ 'ਚ ਐਗਜ਼ਿਸਟ ਨਹੀਂ ਕਰਦਾ, ਤਾਂ H ਦੀ ਵੈਲਿਊ ਕਿਸ ਦੇ ਇਕੁਅਲ ਆ ਗਈ, -1 ਦੇ। ਤਾਂ ਅਗਰ ਆਪਾਂ ਗੱਲ ਕਰੀਏ ਸਾਈ ਕਿੰਨਾ ਆ ਗਿਆ ਆਪਣੇ ਕੋਲ, M/H ਆ ਗਿਆ, ਮੀਨਸ -1 ਵੈਲਿਊ ਆ ਗਈ, ਨੈਗੇਟਿਵ ਹੈ ਨਾ ਇੱਥੇ। ਤਾਂ ਇਹ ਕੀ ਹੋ ਜਾਏਗਾ, ਜਦੋਂ -1 ਵੈਲਿਊ ਆਏਗੀ ਤਾਂ ਇਸ ਦਾ ਮਤਲਬ ਇਹ ਕੀ ਨੇ, ਪਰਫੈਕਟ ਡਾਇਆਮੈਗਨੈਟਿਕ ਨੇ ਇਨ ਨੇਚਰ ਦੇ ਵਿੱਚ। ਕਲੀਅਰ। ਨੈਕਸਟ ਆਪਾਂ ਦੇਖਦੇ ਹਾਂ ਨੈਕਸਟ ਟॉपिक। आई होप समझ आ गया, थोड़ा रट्टे वाला काम है बट स्टिल। नैक्सट देखो, नैक्सट है अपने को सेंटर टू मैक्सवैल इक्वेशन। मैक्सवैल की इक्वेशन देखांगे। देखो अगर आप गल करिए मैक्सवैल इक्वेशन E इज़ इक्वल टू रो जे, अगर जीरो रजिस्टिविटी है मतलब रो की अपने को जीरो है तो अपने को E भी कितनी हो जाएगी, जीरो, क्योंकि आप इतने वैल्यू पुट कर देंगे। तो मैक्सवैल की इक्वेशन की कहती है, डेल क्रॉस E इज़ इक्वल टू माइनस कर्ल B बाय कर्ल T। हुण E अगर अपने को जीरो है, ये वैल्यू पुट करांगे तो चेंज इन मैगनैटिक फील्ड जीरो हो गया, तो इसका मतलब मैगनैटिक फील्ड अपने को की हो जाएगा, कॉन्सटेंट हो जाएगा। क्लीयर। द टू प्रॉपर्टीज स्टेट ऑफ जीरो रजिस्टिविटी, अगर रजिस्टिविटी जीरो है तो मतलब रो तो की है जीरो, तो परफेक्ट डायामैगनैटिक एंड परफेक्ट डायामैगनेटिजम्स आर म्यूचुअली इंडिपेंडेंट ऑफ ईच अदर। मीनस की होया, अगर रजिस्टिविटी जीरो है तो जो अपने को सबसटांस है सुपर कंडक्टर है वो परफेक्ट डायामैगनैटिक है, मीनस उसकी वैल्यू -1 है, तो वो आपस दे विच इंडिपेंडेंट होणगे, तो अपने को E भी जीरो होएगा तो मैगनैटिक फील्ड भी की होएगी, जीरो होएगी। क्लीयर। नैक्सट आप डिस्कस करांगे मैगनेटिज्म। मैगनेटिज्म की होंदी है, देखो सब तो पहला मैगनेटाइजेशन की होंदी है, ये की डिफाइन कर दिया अपने को, मैगनैटिक मोमेंटम पर यूनिट वॉल्यूम। मैगनेटाइजेशन का मतलब कि कितनी मैगनैटिक मोमेंटम है पर यूनिट वॉल्यूम। मैगनैटिक डाइपोल मोमेंट की होंदा अपने को, हाँ जी। तो जब हम क्या है मैग्नेटिक फील्ड अप्लाई करते हैं तो जो जब मैग्नेटिक फील्ड अप्लाई करते हैं तो अपने को की है म्यू इंटू बी। म्यू की अपने को डाइपोल मूवमेंट है टो दी फॉर्म दे विच। वैसे डाइपोल मूवमेंट की होंदा, देखो कोई भी बॉडी है जिसके दो ओपोजिट चार्ज है, इन्हां दे विचकार दा जो डिस्टेंस है मीनस क्यू इंटू डी नू आपां की है डाइपोल मूवमेंट नाल की है शो करते हैं, या एम लिख लेंदे है। तो ये ओवल है बट आप मैगनैटिक डाइपोल मूवमेंट की गल कर रहे हैं, तो की होएगा टो इज़ इक्वल टू म्यू क्रॉस बी। नैक्सट आप गल करांगे मैगनैटिक सक्सैसिबिलिटी की। देखो ये की हुंदा है, ये की है जदों आप ईजली मेयर कर सकीए कि जो यूनिट वॉल्यूम है किसी भी मटीरीयल का वो की है मैगनेटाइज्ड होगा, कदों होगा जदों आप मैगनेटाइजिंग फील्ड की करांगे अप्लाई करांगे। मीनस साई इज़ इक्वल टू M/H आप पिछे भी कर चुके हैं, ठीक है जी। तो उस टाइम आप एक वैल्यू निकाली सी जो किन्नी सी -1, जो किसदी होंदी है परफेक्ट डायामैगनैटिक दी। तो हुण आप सीधा सक्सैसिबिलिटी का तुहानूं फॉर्मूला दस्सिया जो M/H हुंदा, तुसीं ये याद रखना है। नैक्सट आप गल करांगे नैक्सट टॉपिक दी। देखो नैक्सट की अपने को डायामैगनैटिक। डायामैगनैटिक की होंदा, इट इज़ वीक फॉर्म मैगनेटिज्म। वीक फॉर्म होंदी है मैगनेटिज्म दी जो कि इंड्यूस्ड बाय चार्ज, जो चार्ज के द्वारा इंड्यूस किया जाता है। कोई किहदे विच जदों ऑर्बिटल मोशन दे विच हुंदे ने इलैक्ट्रॉन्स ड्यू टू अपलाइड मैगनैटिक फील्ड, जदों आपां मैगनैटिक फील्ड की करांगे अप्लाई करांगे। देखो ये विच कोई भी इलैक्ट्रॉन की है अनपेयर नहीं होगा, मीनस सारे की होंगे पेयर्ड इलैक्ट्रॉन की होंगे प्रेजेंट होंगे। डायामैगनैटिक दे विच डाया मतलब कि हुंदा डबल, तो इस दे विच सारे इलैक्ट्रॉन्स की होंगे डायामैगनैटिक होंगे, मीनस ओपोजिट होंगे, जिन पेयर दे विच प्रेजेंट होंगे। परमानेंट डायपोल्स की होंदे ने इहदे विच एबसेंट होंदे ने। क्लीयर। नैक्सट इहदी सक्सैसिबिलिटी दी वैल्यू की गल करिए नैगेटिव दे विच होंदी है, तो म्यू की वैल्यू की गल करिए मीनस म्यू अपने को की सी डाइपोल मूवमेंट वो की होएगा <<1 होएगा। क्लीयर। जिद्दां किन्नी आई सी अपने को डायामैगनैटिक दी -1 आई सी वैल्यू, तो ये की है <<1 है, तो म्यू की वैल्यू की होएगी <<1 होएगी।
ਨੈਕਸਟ ਆਪਣੇ ਕੋਲ ਕੀ ਹੈ, ਇਨ ਐਬਸੈਂਸ ਆਫ ਐਕਸਟਰਨਲ ਮੈਗਨੈਟਿਕ ਫੀਲਡ, ਐਕਸਟਰਨਲ ਮੈਗਨੈਟਿਕ ਫੀਲਡ ਦੀ ਐਬਸੈਂਸ ਦੇ ਵਿੱਚ ਜੋ ਨੈਟ ਮੈਗਨੈਟਿਕ ਡਾਈਪੋਲ ਮੂਵਮੈਂਟ ਹੋਏਗਾ ਹਰੇਕ ਐਟਮ ਦਾ ਉਹ ਕਿੰਨਾ ਹੋਏਗਾ, 0 ਹੋਏਗਾ। ਕਿਉਂ? ਕਿਉਂਕਿ ਇਸ ਦੇ ਵਿੱਚ ਕੋਈ ਅਨਪੇਅਰ ਹੀ ਨਹੀਂ ਹੈ, ਸਾਰੇ ਦੇ ਸਾਰੇ ਇਲੈਕਟ੍ਰੋਨ ਕੀ ਨੇ ਆਪਣੇ ਕੋਲ ਪੇਅਰਿੰਗ ਕਰ ਰਹੇ ਹੈ। ਹੁਣ ਜਦੋਂ ਕੋਈ ਅਨਪੇਅਰ ਹੀ ਨਹੀਂ ਹੈਗਾ ਤਾਂ ਆਪਣੇ ਕੋਲ ਕੋਈ ਵੀ ਡਾਈਪੋਲ ਮੂਵਮੈਂਟ ਕਿੱਦਾਂ ਆ ਜਾਏਗਾ, ਤੇਰਾ ਨੈਟ ਡਾਈਪੋਲ ਮੂਵਮੈਂਟ ਕੀ ਹੋ ਜਾਂਦਾ, 0 ਹੋ ਜਾਂਦਾ। ਇਸ ਦਾ ਧਿਆਨ 'ਚ ਰੱਖਣਾ। ਨੈਕਸਟ ਡਿਫਰੈਂਸ ਦਿੱਤਾ ਹੋਇਆ ਪੈਰਾਮੈਗਨੈਟਿਕ ਤੇ ਡਾਇਆਮੈਗਨੈਟਿਕ ਦੇ ਵਿੱਚ। ਦੇਖੋ ਜੋ ਡਾਇਆਮੈਗਨੈਟਿਕ ਵਾਲੇ ਹੁੰਦੇ ਆ ਇਹ ਸਟਰੋਂਗ ਰਿਪੈਲ ਕੀਤੇ ਜਾਂਦੇ ਆ, ਜੋ ਪੈਰਾਮੈਗਨੈਟਿਕ ਹੈ ਇਹ ਅਟਰੈਕਟ ਕੀਤੇ ਜਾਂਦੇ ਆ ਕਿਸ ਦੇ ਦੁਆਰਾ, ਮੈਗਨੈਟਿਕ ਫੀਲਡ ਦੇ ਦੁਆਰਾ। ਸੈਕਿੰਡ ਹੈ ਇਸ ਦੇ ਵਿੱਚ ਕੋਈ ਵੀ ਅਨਪੇਅਰ ਇਲੈਕਟ੍ਰੋਨ ਪ੍ਰੈਜ਼ੈਂਟ ਨਹੀਂ ਹੈ ਡਾਇਆਮੈਗਨੈਟਿਕ ਦੇ ਵਿੱਚ, ਤੇ ਪੈਰਾਮੈਗਨੈਟਿਕ ਦੇ ਵਿੱਚ ਐਟਲੀਸਟ 1 ਇਲੈਕਟ੍ਰੋਨ ਕੀ ਹੈ ਅਨਪੇਅਰ ਕੀ ਹੋਏਗਾ, ਪ੍ਰੈਜ਼ੈਂਟ ਹੋਏਗਾ। ਥਰਡ ਪੁਆਇੰਟ ਦੀ ਅਗਰ ਮੈਂ ਗੱਲ ਕਰਾਂ, ਜੋ ਸਪਿਨ ਅਲਾਈਨਡ ਹੋਏਗੀ ਇਹਨਾਂ ਦੀ ਐਂਟੀ ਪੈਰਲਰ ਹੋਏਗੀ ਇੱਕ ਦੂਜੇ ਤੋਂ, ਕਲੀਅਰ। ਬਟ ਅਗਰ ਆਪਾਂ ਪੈਰਾਮੈਗਨੈਟਿਕ ਦੇ ਵਿੱਚ ਗੱਲ ਕਰੀਏ ਤਾਂ ਜੋ ਇਹਨਾਂ ਦੀ ਸਪਿਨ ਹੋਏਗੀ ਉਹ ਪੈਰਲਰ ਹੋਏਗੀ ਇੱਕ ਦੂਜੇ ਦੇ। ਨੈਕਸਟ ਫੋਰਥ ਪੁਆਇੰਟ ਦੇਖੋ, ਫੀਲਡ ਬੈਂਡ ਅਵੇ ਫਰੋਮ ਦਾ ਮਟੀਰੀਅਲ, ਮੀਨਸ ਦੂਰ ਬੈਂਡ ਹੋਏਗੀ ਮਟੀਰੀਅਲ ਤੋਂ, ਬਟ ਜੋ ਪੈਰਾਮੈਗਨੈਟਿਕ ਹੈ ਇਹ ਟੁਵਾਰਡ ਦਾ ਮਟੀਰੀਅਲ ਕੀ ਕਰੇਗੀ, ਬੈਂਡ ਕਰੇਗਾ ਜੋ ਫੀਲਡ ਹੋਏਗਾ। ਨੈਕਸਟ ਅਗਰ ਗੱਲ ਕਰੀਏ ਪੈਰਾਮੈਗਨੈਟਿਕ ਦੀਆਂ 4 ਟਾਈਪਸ ਹੁੰਦੀਆਂ। ਫਸਟ ਵਨ ਹੈਵਿੰਗ ਓਡ ਨੰਬਰ ਆਫ ਇਲੈਕਟ੍ਰੋਨ, ਜਦੋਂ ਓਡ ਨੰਬਰ ਇਲੈਕਟ੍ਰੋਨਸ ਦੇ ਪ੍ਰੈਜ਼ੈਂਟ ਹੋਣਗੇ। ਅਨਫਿਲ ਇਨਰ ਸ਼ੈਲਸ ਹੋਣਗੇ, ਜੋ ਅੰਦਰਲੇ ਸ਼ੈਲ ਹੈ ਉਹ ਅਨਫਿਲਡ ਹੋਣਗੇ, ਮੀਨਸ ਫਿਲ ਨਹੀਂ ਕੀਤੇ ਹੋਣਗੇ। ਫ੍ਰੀ ਰੈਡੀਕਲ ਪ੍ਰੈਜ਼ੈਂਟ ਹੋਏਗਾ ਐਂਡ ਮੈਟਲਸ ਪ੍ਰੈਜ਼ੈਂਟ ਹੋਣਗੀਆਂ, ਕਲੀਅਰ। ਇਹਨਾਂ ਸਭ ਦੇ ਵਿੱਚ ਕੀ ਪ੍ਰੈਜ਼ੈਂਟ ਹੋਏਗਾ ਤੁਹਾਡੇ ਕੋਲ, ਪੈਰਾਮੈਗਨੈਟਿਕ। ਦੇਖੋ ਕੀ ਹੈ, ਇੱਕ ਤਾਂ ਇਹਦੇ ਵਿੱਚ ਕੀ ਹੈ, ਓਡ ਨੰਬਰ ਆਫ ਇਲੈਕਟ੍ਰੋਨ, ਮੀਨਸ ਜੋ ਇਲੈਕਟ੍ਰੋਨ ਐਟਲੀਸਟ ਅਨਪੇਅਰ ਹੋਣਾ ਜ਼ਰੂਰੀ ਹੈ। ਅਨਫਿਲਡ ਇਨਰ ਸ਼ੈਲ, ਜੋ ਅੰਦਰਲੇ ਸ਼ੈਲ ਹੈ ਉਹ ਅਨਫਿਲ ਹੋਣੇ ਚਾਹੀਦੇ, ਫਿਲ ਨਹੀਂ ਹੋਣੇ ਚਾਹੀਦੇ ਕੰਪਲੀਟਲੀ। ਫ੍ਰੀ ਰੈਡੀਕਲਸ ਜਿਨ੍ਹਾਂ ਨੂੰ ਆਪਾਂ ਡੋਟ ਨਾਲ ਸ਼ੋ ਕਰਦੇ ਹਾਂ ਪ੍ਰੈਜ਼ੈਂਟ ਹੋਣਾ ਚਾਹੀਦਾ, ਉਹਦੇ ਵਿੱਚ ਪ੍ਰੈਜ਼ੈਂਟ ਹੁੰਦਾ। ਐਂਡ ਈਵਨ ਮੈਟਲਸ ਦੇ ਵਿੱਚ ਵੀ ਪੈਰਾਮੈਗਨੈਟਿਕ ਨੇਚਰ ਪ੍ਰੈਜ਼ੈਂਟ ਹੁੰਦਾ। ਨੈਕਸਟ ਟੌਪਿਕ ਹੈ ਆਪਣੇ ਕੋਲ ਫੈਰੋਮੈਗਨੇਟਿਜ਼ਮ। ਫੈਰੋਮੈਗਨੇਟਿਜ਼ਮ ਦੇਖੋ ਕੀ ਹੁੰਦਾ। ਫੈਰੋਮੈਗਨੇਟਿਜ਼ਮ ਦਾ ਮਤਲਬ ਕੀ ਹੈ, ਇਹ ਉਸ ਟਾਈਮ ਐਗਜ਼ਿਸਟ ਕਰੂਗਾ ਜਦੋਂ ਆਪਣੇ ਕੋਲ ਐਬਸੈਂਸ ਹੋਊਗਾ ਮੈਗਨੈਟਿਕ ਫੀਲਡ। ਮੈਗਨੈਟਿਕ ਫੀਲਡ ਦੀ ਐਬਸੈਂਸ ਦੇ ਵਿੱਚ ਫੈਰੋਮੈਗਨੈਟਿਜ਼ਮ ਨੇਚਰ ਹੋਏਗਾ। ਅਕਰ ਕਦੋਂ ਕਰੇਗਾ, ਓਨਲੀ ਇਨ ਪੈਰਾਮੈਗਨੈਟਿਕ ਮਟੀਰੀਅਲ ਦੇ ਵਿੱਚ ਅਕਰ ਕਰੇਗਾ। ਸਾਈ ਦੀ ਵੈਲਿਊ ਆਪਣੇ ਕੋਲ ਸਕਸੈਸਿਬਿਲਿਟੀ ਦੀ ਵੈਲਿਊ ਕਿੱਦਾਂ ਨਿਕਾਲਾਂਗੇ, C/T-TC, ਮੀਨਸ ਅਗਰ ਆਪਾਂ ਗੱਲ ਕਰੀਏ ਆਪਾਂ ਨੇ ਪਿੱਛੇ ਗੱਲ ਕੀਤੀ ਸੀ, ਦੇਖੋ TC ਕੀ ਹੁੰਦਾ, ਕ੍ਰਿਟੀਕਲ ਟੈਂਪਰੇਚਰ, ਤਾਂ ਟੈਂਪਰੇਚਰ ਮਾਈਨਸ ਕ੍ਰਿਟੀਕਲ ਟੈਂਪਰੇਚਰ। ਐਟ ਕ੍ਰਿਟੀਕਲ ਟੈਂਪਰੇਚਰ ਜਦੋਂ ਅਗਰ ਆਪਾਂ ਗੱਲ ਕਰਾਂਗੇ ਤਾਂ ਸਪੌਂਟੇਨੀਅਸਲੀ ਜੋ ਮੈਗਨੇਟਾਈਜੇਸ਼ਨ ਹੋਏਗੀ ਉਹ ਖਤਮ ਹੋ ਜਾਏਗੀ, ਵੈਨਿਸ਼ ਹੋ ਜਾਏਗੀ, ਤੇ ਮਟੀਰੀਅਲ ਕੀ ਬਣ ਜਾਏਗਾ ਆਪਣੇ ਕੋਲ, ਪੈਰਾਮੈਗਨੈਟਿਕ ਬਣ ਜਾਏਗਾ, ਕਲੀਅਰ। ਐਗਜ਼ਾਮਪਲ ਫੈਰੋਮੈਗਨੇਟਿਜ਼ਮ ਦੀਆਂ ਕੀ ਨੇ, ਆਇਰਨ, ਕੋਬਾਲਟ ਤੇ ਨਿਕਲ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ। ਨੈਕਸਟ ਦੇਖੋ ਜੀ, ਨੈਕਸਟ ਆਪਣੇ ਕੋਲ ਇਲੈਕਟ੍ਰੋਨਿਕਸ ਸਟਾਰਟ ਕਰ ਰਹੇ ਹਾਂ ਆਪਾਂ। ਇਸ ਦੇ ਨਾਲ ਹੀ ਤੁਹਾਡੇ ਸਿਲੇਬਸ ਦੇ ਨਾਲ ਹੀ ਮੈਂਸ਼ਨ ਹੈ ਤਾਂ ਇਸ ਲਈ ਮੈंने ਨਾਲ ਹੀ ਸਟਾਰਟ ਕਰਤੀ। ਦੇਖੋ ਇਲੈਕਟ੍ਰੋਨਿਕਸ ਦਾ ਕੀ ਮਤਲਬ ਹੈ। ਇਲੈਕਟ੍ਰੋਨਿਕਸ ਦਾ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਾਂ ਬੈਂਡ ਥਿਊਰੀ ਪੜਾਂਗੇ ਸੋਲਿਡਸ ਦੀ, ਤਾਂ ਮਤਲਬ ਸੋਲਿਡਸ ਨਾਲ ਤਾਂ ਲਿੰਕ ਹੋ ਹੀ ਗਿਆ। ਦੇਖੋ ਮੇਨਲੀ ਨਾ 3 ਟਾਈਪ ਦੇ ਅਗਰ ਆਪਾਂ ਪਹਿਲਾਂ ਸਿੰਪਲੀ ਗੱਲ ਕਰੀਏ, ਦੇਖੋ ਇੱਕ ਹੁੰਦੇ ਆ ਵੈਲੈਂਸ ਬੈਂਡ, ਨੀਚੇ ਵਾਲੇ ਵੈਲੈਂਸ ਬੈਂਡ, ਉੱਪਰ ਵਾਲੇ ਹੁੰਦੇ ਆ ਕੰਡਕਸ਼ਨ ਬੈਂਡ। ਵੈਲੈਂਸ ਬੈਂਡ ਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਆ ਇਸ ਤਰ੍ਹਾਂ ਨਾਲ। ਜਦੋਂ ਤਾਂ ਇਹ ਵਾਲੇ ਇਲੈਕਟ੍ਰੋਨਸ ਜੋ ਵੈਲੈਂਸ ਬੈਂਡ ਦੇ ਵਿੱਚ ਪ੍ਰੈਜ਼ੈਂਟ ਹੈ ਇਹ ਕੀ ਹੈ, ਉੱਪਰ ਕੰਪਲੀਟਲੀ ਕੰਡਕਸ਼ਨ ਬੈਂਡ ਦੇ ਵਿੱਚ ਚਲੇ ਜਾਣ, ਮੀਨਸ ਉੱਪਰ ਵੱਲ ਨੂੰ ਇਲੈਕਟ੍ਰੋਨਸ ਕੀ ਹੈ ਸਾਰੇ ਸ਼ਿਫਟ ਹੋ ਜਾਣ, ਠੀਕ ਹੈ ਇਸ ਤਰ੍ਹਾਂ ਨਾਲ। ਤਾਂ ਮੀਨਸ ਇੱਧਰ ਵਾਲੇ ਇਲੈਕਟ੍ਰੋਨ ਮੂਵ ਹੋਣ ਲੱਗ ਗਏ ਤਾਂ ਉਸਨੂੰ ਆਪਾਂ ਕੀ ਬੋਲਾਂਗੇ, ਕੰਡਕਟਰ ਬੋਲਾਂਗੇ। ਜਦੋਂ ਇਲੈਕਟ੍ਰੋਨਸ ਪੂਰੀ ਤਰ੍ਹਾਂ ਨਾਲ ਕੀ ਹੈ ਵੈਲੈਂਸ ਬੈਂਡ ਟੂ ਕੰਡਕਸ਼ਨ ਬੈਂਡ ਚਲੇ ਜਾਣ ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਕੰਡਕਟਰ ਬੋਲਦੇ ਹਾਂ, ਕਲੀਅਰ। ਜਦੋਂ ਕੀ ਹੈ ਇਹ ਅਗਰ ਆਪਾਂ ਗੱਲ ਕਰੀਏ ਗੈਪ ਬਹੁਤ ਜ਼ਿਆਦਾ ਹੋਵੇ, ਮੀਨਸ ਇੰਨਾ ਜ਼ਿਆਦਾ ਹੈ ਕਿ ਜੋ ਇਹ ਇਲੈਕਟ੍ਰੋਨਸ ਹੈ ਵੈਲੈਂਸ ਬੈਂਡ ਵਾਲੇ ਇਹ ਕੰਡਕਸ਼ਨ ਬੈਂਡ ਦੇ ਵਿੱਚ ਨਹੀਂ ਜਾ ਸਕਦੇ, ਤਾਂ ਆਪਾਂ ਇਹਨਾਂ ਨੂੰ ਕੀ ਬੋਲਾਂਗੇ, ਇਨਸੂਲੇਟਰਸ ਬੋਲਾਂਗੇ, ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ ਕਿ ਬੈਂਡ ਨੋਰਮਲ ਹੈ, ਮਤਲਬ ਇੱਕ ਪਰਟੀਕੂਲਰ ਟੈਂਪਰੇਚਰ 'ਤੇ ਜੋ ਵੈਲੈਂਸ ਬੈਂਡ ਹੈ ਉਹ ਕੰਡਕਸ਼ਨ ਬੈਂਡ ਨਾਲ ਓਵਰਲੈਪ ਕਰਕੇ ਇਲੈਕਟ੍ਰੋਨ ਟਰਾਂਸਫਰ ਕਰਵਾ ਦੇ ਐਟ ਪਰਟੀਕੂਲਰ ਟੈਂਪਰੇਚਰ। ਕਿੰਨਾ ਟੈਂਪਰੇਚਰ ਹੋਏਗਾ, 0 ਕੈਲਵਿਨ। ਤਾਂ ਇਹ ਜਦੋਂ ਹੋ ਜੇ ਕੰਮ ਤਾਂ ਇਹਨਾਂ ਨੂੰ ਕੀ ਬੋਲਦੇ ਆ, ਸੁਪਰ ਕੰਡਕਟਰ ਬੋਲਦੇ ਆ। ਕੀ ਬੋਲਦੇ ਆ ਆਪਾਂ, ਸੁਪਰ ਕੰਡਕਟਰਸ ਬੋਲਦੇ ਆ, ਕਲੀਅਰ।
आई होप ਤੁਹਾਨੂੰ ਤਿੰਨੋਂ ਚੀਜ਼ਾਂ ਕੀ ਨੇ ਸਮਝ ਆ ਚੁੱਕੀਆਂ। ਨੈਕਸਟ ਆਪਾਂ ਗੱਲ ਕਰਾਂਗੇ, ਦੇਖਦੇ ਹਾਂ ਕੀ ਕਿਆ ਹੋਇਆ। ਆਈ ਥਿੰਕ ਪਿੱਛੇ ਸੀਗਾ, ਹਾਂਜੀ ਜਸਟ ਅ ਸੈਕਿੰਡ, ਹਾਂਜੀ ਇੱਧਰ ਸੀ। ਦੇਖੋ ਕੀ ਹੈ ਆਪਣੇ ਕੋਲ ਵੈਲੈਂਸ ਬੈਂਡ ਹੈ, ਇਹ ਜੋ ਸੈਂਟਰ 'ਚ ਗੈਪ ਹੁੰਦਾ ਇਸ ਨੂੰ ਫੋਰਬਿਡਨ ਗੈਪ ਕਿਹਾ ਜਾਂਦਾ ਹੈ। ਜਦੋਂ ਵੈਲੈਂਸ ਜੋ ਬੋਡੀ ਹੈ ਵੈਲੈਂਸ ਬੈਂਡ ਹੈ ਇਹ ਕੰਪਲੀਟਲੀ ਫਿਲ ਹੋਏਗਾ ਇਲੈਕਟ੍ਰੋਨ ਦਾ, ਤੇ ਕੰਡਕਸ਼ਨ ਬੈਂਡ ਕੀ ਹੋਏਗਾ, ਐਮਪਟੀ ਹੋਏਗਾ। ਜਦੋਂ ਇਲੈਕਟ੍ਰੋਨ ਕੰਡਕਸ਼ਨ ਬੈਂਡ ਦੇ ਵਿੱਚ ਟਰਾਂਸਫਰ ਕਰਨੇ ਲੱਗ ਜਾਣ ਕੰਪਲੀਟਲੀ ਤਾਂ ਉਹ ਕੰਡਕਟਰਸ ਹੁੰਦੇ ਆ। ਇਨਸੂਲੇਟਰਸ ਦੇ ਲਈ ਜੋ ਗੈਪ ਹੁੰਦਾ ਉਹ 6 ਇਲੈਕਟ੍ਰੋਨ ਵੋਲਟ ਹੁੰਦਾ, ਮੀਨਸ ਜੋ ਇਲੈਕਟ੍ਰੋਨ ਨੇ ਉਹ ਈਜ਼ਲੀ ਮੂਵ ਨਹੀਂ ਕਰ ਪਾਉਂਦੇ ਵੈਲੈਂਸ ਬੈਂਡ ਟੂ ਕੰਡਕਸ਼ਨ ਬੈਂਡ। ਸੈਮੀ ਕੰਡਕਟਰ ਦੀ ਗੱਲ ਕਰੀਏ ਤਾਂ ਸੈਮੀ ਕੰਡਕਟਰ ਦੇ ਵਿੱਚ ਐਟ 0 ਕੈਲਵਿਨ ਤੇ ਜੋ ਸੈਮੀ ਕੰਡਕਟਰ ਹੈ ਉਹ ਇਨਸੂਲੇਟਰ ਦੀ ਤਰ੍ਹਾਂ ਸੋਰੀ ਆਈ ਥਿੰਕ ਮੈਂ ਪਿੱਛੇ ਕੰਡਕਟਰ ਦੀ ਤਰ੍ਹਾਂ ਮੈਂਸ਼ਨ ਕਰ ਗਈ ਸੀ। ਇਨਸੂਲੇਟਰ ਦੀ ਤਰ੍ਹਾਂ ਕੀ ਹੈ ਬਿਹੇਵ ਕਰਨਗੇ, ਜਿਸ ਨਾਲ ਕੀ ਹੈ ਇਲੈਕਟ੍ਰੋਨਸ ਕੀ ਹੈ ਵੈਲੈਂਸ ਬੈਂਡ ਟੂ ਕੰਡਕਸ਼ਨ ਬੈਂਡ ਦੇ ਵਿੱਚ ਮੂਵ ਨਹੀਂ ਹੋਣਗੇ, ਬਟ ਐਟ ਰੂਮ ਟੈਂਪਰੇਚਰ ਜੋ ਵੈਲੈਂਸ ਇਲੈਕਟ੍ਰੋਨ ਨੇ ਉਹ ਕੰਡਕਸ਼ਨ ਬੈਂਡ 'ਚ ਚਲੇ ਜਾਣਗੇ। ਮੀਨਸ ਦੇਖੋ ਇੱਥੇ ਮੈਂ ਰਿਪੀਟ ਕਰ ਦਿੰਦੀ ਹਾਂ ਤੁਹਾਡੇ ਕੋਲ, ਸੈਮੀ ਕੰਡਕਟਰ ਕੰਡਕਟਰ ਕਦੋਂ ਬਣੇਗਾ, ਰੂਮ ਟੈਂਪਰੇਚਰ ਤੇ ਇਨਸੂਲੇਟਰ ਕਦੋਂ ਬਣੇਗਾ, ਐਟ 0 ਕੈਲਵਿਨ ਤੇ। ਇਨਸੂਲੇਟਰ ਬਣੇਗਾ 0 ਕੈਲਵਿਨ ਤੇ। ਆ ਧਿਆਨ ਰੱਖਿਓ ਪੁਆਇੰਟ, ਕਨਫਿਊਜ਼ ਨਾ ਹੋ ਜਿਓ। ਨੈਕਸਟ ਅਗਰ ਗੱਲ ਕਰੀਏ ਜ਼ਰਮੇਨੀਅਮ ਦੀ ਗੱਲ ਕਰੀਏ ਤਾਂ 0.7 ਇਲੈਕਟ੍ਰੋਨ ਵੋਲਟ ਹੁੰਦੀ ਹੈ ਇਸ ਦੀ ਬੈਂਡ ਗੈਪ, ਤੇ ਸਿਲੀਕੋਨ ਦੀ 1.21। ਇਹ ਤੁਸੀਂ ਯਾਦ ਰੱਖਣੇ ਨੇ ਦੋਨੋਂ। ਹੈਵ ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ, ਸੈਮੀ ਕੰਡਕਟਰ ਦਾ ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ। ਰੈਜ਼ਿਸਟਿਵਿਟੀ ਵੇਰੀ ਕਰਦੀ ਹੈ 10⁻⁻5, ਮੈਂ ਲਿਖ ਦਿੰਦੀ ਹਾਂ ਤੇ ਦੁਬਾਰਾ 10⁻⁻5 ਟੂ 10⁻⁴ ਓਮ ਪਰ ਮੀਟਰ ਦੇ ਵਿੱਚ ਕੀ ਹੈ ਇਹਨਾਂ ਦੀ ਰੈਜ਼ਿਸਟਿਵਿਟੀ ਕੀ ਕਰੂਗੀ, ਵੇਰੀ ਕਰੂਗੀ। ਕਲੀਅਰ। ਨੈਕਸਟ ਸੈਮੀ ਕੰਡਕਟਰ ਦੋ ਤਰ੍ਹਾਂ ਦੇ ਹੁੰਦੇ ਆ, ਇੰਟ੍ਰਿੰਸਿਕ ਐਂਡ ਐਕਸਟ੍ਰਿੰਸਿਕ। ਇੰਟ੍ਰਿੰਸਿਕ ਦਾ ਮਤਲਬ ਕੀ ਹੈ, ਇਹ ਪਿਓਰ ਸੈਮੀ ਕੰਡਕਟਰ ਹੈ ਜਿਸ ਦੇ ਵਿੱਚ ਇੰਪਿਊਰਿਟੀਜ਼ ਨਹੀਂ ਹੋਣਗੀਆਂ, ਕੁਝ ਸਮੇਂ ਲਈ ਇਹ ਇੰਪਿਊਰਿਟੀਜ਼ ਤੋਂ ਫ੍ਰੀ ਹੋਣਗੇ। ਦੇਖੋ ਐਗਜ਼ਾਮਪਲ ਵੀ ਦਿੱਤੀ ਹੋਈ ਹੈ, ਸਿਲੀਕੋਨ ਦੇ 14 ਐਟਮ ਹੈ। 14 ਐਟਮ ਨੂੰ ਆਪਾਂ ਨੇ ਕੀ ਹੈ ਇੱਕ ਪ੍ਰੋਪਰ ਵੇ ਦੇ ਵਿੱਚ ਕੀ ਹੈ ਮੈਂਸ਼ਨ ਕਰ ਲਿਆ। ਦੇਖੋ 14 ਐਟਮਸ ਪ੍ਰੈਜ਼ੈਂਟ ਨੇ, 1 2 3 4। ਕਨਫੀਗਰੇਸ਼ਨ ਲਿਖਾਂਗੇ ਅਗਰ ਆਪਾਂ ਤਾਂ ਇਸ ਵੇ ਦੇ ਨਾਲ ਲਿਖ ਸਕਦੇ ਨਾ 2 8 ਤੇ 4। ਆਊਟਰ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਆ ਗਏ ਆਪਣੇ ਕੋਲ, 4 ਆ ਗਏ। ਤਾਂ ਇਸ ਦੇ ਨਾਲ ਕੀ ਹੈ 4 ਸਿਲੀਕੋਨ ਹੋਰ ਅਟੈਚ ਹੋ ਜਾਣਗੇ, ਕਿਉਂਕਿ ਸਭ ਦੇ ਕੋਲ ਕੀ ਹੈ ਅਗਰ ਆਪਾਂ ਗੱਲ ਕਰੀਏ ਇੱਕ ਇੱਕ ਇਲੈਕਟ੍ਰੋਨ ਕੀ ਹੈ ਵੈਲੈਂਸ ਪੇ, ਇਸ ਤਰ੍ਹਾਂ ਨਾਲ ਬੌਂਡਿੰਗ ਹੋ ਜਾਏਗੀ, ਇਸ ਤਰ੍ਹਾਂ ਨਾਲ ਇੱਕ ਨੀਚੇ ਨੂੰ। ਕਲੀਅਰ। ਤਾਂ ਇਸ ਦਾ ਮਤਲਬ ਕੀ ਹੈ 4 ਵੈਲੈਂਸ ਇਲੈਕਟ੍ਰੋਨ ਸੀ ਜੋ ਆਪਸ ਦੇ ਵਿੱਚ ਕੀ ਕਰ ਰਹੇ ਹੈ, ਬੌਂਡਿੰਗ ਸ਼ੋ ਕਰ ਰਹੇ ਨੇ। ਦੇਖੋ ਇਹਨਾਂ ਦੋਨਾਂ ਨੇ ਆਪਸ 'ਚ ਬੌਂਡਿੰਗ, ਇਹ ਦੋ ਹੋ ਗਏ ਸਿਮਿਲਰਲੀ ਇਹ ਦੋ ਹੋ ਗਏ। ਕਲੀਅਰ ਹੋਇਆ। ਤਾਂ ਇਹ ਕੀ ਹੈ ਕੰਪਲੀਟ ਕੋਵਲੈਂਟ ਬੌਂਡ ਹੈ। ਇਹ ਜੋ ਬੌਂਡਿੰਗ ਹੈ ਨਾ ਇਹ ਕੀ ਹੈ ਕੰਪਲੀਟ ਕੋਵਲੈਂਟ ਬੌਂਡਿੰਗ ਹੈ ਜਦੋਂ ਐਟਮਸ ਕੀ ਹੋ ਰਹੇ ਨੇ, ਸ਼ੇਅਰ ਹੋ ਰਹੇ ਨੇ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਐਟ ਲੋ ਟੈਂਪਰੇਚਰ ਨੋ ਫ੍ਰੀ ਚਾਰਜ ਪ੍ਰੈਜੈਂਟ, ਮਤਲਬ ਲੋ ਟੈਂਪਰੇਚਰ ਤੇ ਇਹਨਾਂ ਤੇ ਕੋਈ ਵੀ ਚਾਰਜ ਪ੍ਰੈਜੈਂਟ ਨਹੀਂ ਹੋਊਗਾ। ਇਹਨਾਂ ਨੂੰ ਕੀ ਬੋਲਦੇ ਨੇ, ਇੰਟ੍ਰਿੰਸਿਕ ਬੋਲਦੇ ਆ। ਦੇਖੋ ਜਦੋਂ ਕੋਵਲੈਂਟ ਬੌਂਡ ਕੀ ਹੈ ਬ੍ਰੇਕ ਹੋ ਜਾਊਗਾ ਥਰਮਲ ਐਨਰਜੀ ਦੇ ਵਿੱਚ ਤਾਂ ਇਲੈਕਟ੍ਰੋਨਸ ਰਿਮੂਵਲ ਹੋਣਗੇ, ਇਲੈਕਟ੍ਰੋਨਸ ਕੀ ਕਰ ਜਾਣਗੇ ਰਿਮੂਵ। ਇੱਥੇ ਲੋ ਟੈਂਪਰੇਚਰ ਇਸ ਲਈ ਲਿਖਿਆ ਕਿਉਂਕਿ ਜਦੋਂ ਟੈਂਪਰੇਚਰ ਵਧਾ ਦਾਂਗੇ ਤਾਂ ਥਰਮਲ ਐਨਰਜੀ ਹੋ ਜਾਏਗੀ, ਕੋਵਲੈਂਟ ਬੌਂਡ ਕੀ ਹੋ ਜੂ ਬ੍ਰੇਕ ਹੋ ਜੂ, ਜਿਹਦੇ ਨਾਲ ਇਲੈਕਟ੍ਰੋਨਸ ਕੀ ਹੋ ਜਾਣਗੇ ਰਿਮੂਵ ਹੋ ਜਾਣਗੇ। ਤਾਂ ਇੱਕ ਐਮਪਟੀ ਸਪੇਸ ਕੀ ਹੋ ਜੂਗੀ ਕ੍ਰੀਏਟ ਹੋ ਜੂਗੀ, ਐਮਪਟੀ ਸਪੇਸ ਕੀ ਹੋ ਜੂਗੀ ਕ੍ਰੀਏਟ ਹੋ ਜੂਗੀ, ਜਿਹਨੂੰ ਆਪਾਂ ਕੀ ਬੋਲਦੇ ਹਾਂ ਹੋਲਸ ਬੋਲਦੇ ਹਾਂ। ਕਲੀਅਰ। ਤਾਂ ਫਿਰ ਇਸ ਤੋਂ ਬਾਅਦ ਦੇਖੋ ਇਲੈਕਟ੍ਰੋਨਸ ਪ੍ਰੈਜੈਂਟ ਹੈ, ਹੋਲ ਪ੍ਰੈਜੈਂਟ ਹੈ, ਇਹਨਾਂ ਦੀ ਆਪਸ ਦੇ ਵਿੱਚ ਕੀ ਹੋ ਜਾਏਗੀ ਪੇਅਰਿੰਗ ਹੋ ਜੂਗੀ, ਪੇਅਰ ਪ੍ਰੋਡਿਊਸ ਕਰਨਗੇ। ਜਿਵੇਂ ਹੁਣ ਆਪਾਂ ਅੱਗੇ ਪੜ੍ਹਦੇ ਹਾਂ, ਦੇਖੋ ਦੇਖੋ ਅੱਗੇ ਕੀ ਹੈ ਜਦੋਂ ਕਹਿੰਦੇ ਕੋਵਲੈਂਟ ਬ੍ਰੇਕ ਹੋਊਗਾ, ਆ ਕੋਵਲੈਂਟ ਬੌਂਡ ਬ੍ਰੇਕ ਹੋਏਗਾ ਤਾਂ ਥਰਮਲ ਐਨਰਜੀ ਹੋ ਜਾਏਗੀ, ਜਿਹਦੇ ਨਾਲ ਕੀ ਹੈ ਇਲੈਕਟ੍ਰੋਨ ਕੀ ਹੈ ਆਪਣੀ ਜਗ੍ਹਾ ਤੋਂ ਰਿਮੂਵ ਹੋ ਜਾਏਗਾ ਤੇ ਕੀ ਕ੍ਰੀਏਟ ਹੋ ਜਾਏਗਾ, ਹੋਲ ਕ੍ਰੀਏਟ ਹੋ ਜਾਏਗਾ। ਦੈਨ ਇਲੈਕਟ੍ਰੋਨ ਤੇ ਹੋਲ ਕੀ ਹੈ ਪੇਅਰ ਪ੍ਰੋਡਿਊਸ ਕਰਨਗੇ ਤੇ ਐਜ਼ ਅ ਫ੍ਰੀ ਚਾਰਜ ਕੈਰੀਅਰ ਕੀ ਕਰਨਗੇ ਐਕਟ ਕਰਨਗੇ।
देखो फ्री इलैक्ट्रॉन जब पॉजिटिव टर्मिनल ते फ्री इलैक्ट्रॉन्स प्रेजेंट होणगे ते नैगेटिव टर्मिनल ते होल्स प्रेजेंट होणगे, तुसी याद रखना है। नैक्सट आपां गल करांगे, देखो जनरेशन एंड रीकंबीनेशन। इलैक्ट्रॉन किद इज द जनरेशन का मतलब है इलैक्ट्रॉन का जनरेट होना, रीकंबीनेशन का क्रिएट होना। जदों की है इलैक्ट्रॉन क्रिएट तां होणगे जदों जदों कोवलेंट बॉन्ड टुट गया ਤਾਂ ਇਲੈਕਟ੍ਰੋਨਸ ਕੀ ਹੈ ਰਿਮੂਵ ਹੋ ਜਾਣਗੇ, ਤਾਂ ਉਹ ਜਿਹੜੀਆਂ ਹੋਲਸ ਪ੍ਰੈਜ਼ੈਂਟ ਹੈ ਉਹਦੇ ਨਾਲ ਕੰਬਾਈਨ ਕਰ ਜਾਣਗੇ, ਤਾਂ ਕੀ ਬਣ ਜੂਗਾ ਇਲੈਕਟ੍ਰੋਨ ਤੇ ਹੋਲ ਦੀ ਕੀ ਪੇਅਰਿੰਗ ਹੋ ਜਾਏਗੀ। ਕਲੀਅਰ। ਤਾਂ ਇੱਕ ਇਕੁਇਲਿਬਰੀਅਮ ਕੰਡੀਸ਼ਨ ਤੇ ਐਟ ਕੌਨਸਟੈਂਟ ਟੈਂਪਰੇਚਰ ਤੇ ਤਾਂ ਰੇਟ ਆਫ ਜਨਰੇਸ਼ਨ ਕੀ ਦੇ ਇਕੁਅਲ ਹੋ ਜੋ ਰੇਟ ਆਫ ਰੀਕੰਬੀਨੇਸ਼ਨ ਤੇ। ਮੀਨਸ ਅਗਰ ਆਪਾਂ ਗੱਲ ਕਰੀਏ ਜਿੰਨੇ ਇਲੈਕਟ੍ਰੋਨ ਟਰਾਂਸਫਰ ਹੋ ਰਹੇ ਨੇ ਕੰਡਕਸ਼ਨ ਬੈਂਡ ਦੇ ਵਿੱਚ ਉਹਨੇ ਇੱਥੇ ਹੋਲ ਬਣ ਰਹੇ ਨੇ। ਦੇਖੋ ਇੱਥੇ ਕੀ ਬਣ ਰਹੇ ਨੇ ਇਲੈਕਟ੍ਰੋਨ ਬਣ ਰਹੇ ਹੈ, ਬਟ ਜਦੋਂ ਇਹ ਰੀਕੰਬੀਨੇਸ਼ਨ ਹੋ ਗਿਆ ਆਪਸ ਦੇ ਵਿੱਚ ਇੱਕ ਪਰਟੀਕੂਲਰ ਟੈਂਪਰੇਚਰ ਤੇ ਇਕੁਇਲਿਬਰੀਅਮ ਤੇ ਜਿੰਨੇ ਉੱਪਰ ਜਾਣਗੇ ਉਨੇ ਹੀ ਇਲੈਕਟ੍ਰੋਨ ਬਣੀ ਜਾਣਗੇ, ਮਤਲਬ ਹੋਲ ਬਣੀ ਜਾਣਗੇ। ਤਾਂ ਇਸ ਦਾ ਮਤਲਬ ਕੀ ਹੈ ਜਿੰਨੀ ਰੇਟ ਆਫ ਜਨਰੇਸ਼ਨ ਹੈ ਉਹ ਕਿਸ ਦੇ ਇਕੁਅਲ ਹੋ ਜੂਗੀ ਰੀਕੰਬੀਨੇਸ਼ਨ ਦੇ, ਉਹਨਾਂ ਕੀ ਹੋਈ ਜਾਊਗਾ ਕੰਬਾਈਨ ਹੋਈ ਜਾਊਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਡੈਂਸਿਟੀ ਆਫ ਇਲੈਕਟ੍ਰੋਨ ਇਨ ਕੰਡਕਸ਼ਨ ਬੈਂਡ। ਦੇਖੋ ਤੁਹਾਨੂੰ ਇੰਨੀ ਕਰਨ ਦੀ ਲੋੜ ਨਹੀਂ, ਬਸ ਇੰਨਾ ਯਾਦ ਰੱਖਣਾ ਹੈ ਡੈਂਸਿਟੀ ਆਫ ਇਲੈਕਟ੍ਰੋਨ ਇਨ ਕੰਡਕਸ਼ਨ ਬੈਂਡ ਕਿੰਨੀ ਹੁੰਦੀ ਹੈ, ਡੈਂਸਿਟੀ ਜਿੰਨੀ ਹੋਲਸ ਦੀ ਹੋਏਗੀ ਵੈਲੈਂਸ ਬੈਂਡ ਦੇ ਵਿੱਚ, ਕਿਉਂਕਿ ਇਲੈਕਟ੍ਰੋਨ ਕੀ ਹੈ ਵੈਲੈਂਸ ਬੈਂਡ ਤੋਂ ਕਿੱਧਰ ਜਾ ਰਹੇ ਨੇ ਕੰਡਕਸ਼ਨ ਬੈਂਡ ਜਾ ਰਹੇ ਨੇ। ਕਲੀਅਰ। ਇਹ ਵੈਲਿਊਜ਼ ਨੇ ਤੁਸੀਂ ਦੇਖ ਸਕਦੇ ਹੋ, ਵੈਸੇ ਆਈ ਥਿੰਕ ਇੰਨੀ ਜ਼ਰੂਰਤ ਨਹੀਂ ਹੈ। ਨੈਕਸਟ ਦੇਖੋ, ਨੈਕਸਟ ਕੀ ਦਿੱਤਾ ਹੋਇਆ ਆਪਣੇ ਕੋਲ ਫਰਮੀ ਲੈਵਲ ਕੀ ਹੁੰਦਾ। ਫਰਮੀ ਲੈਵਲ ਦੇਖੋ ਫਰਮੀ ਲੈਵਲ ਆਪਾਂ ਗੈਪ ਦੀ ਗੱਲ ਕੀਤੀ ਸੀ ਨਾ, ਉਹ ਕੀ ਹੁੰਦਾ ਫੋਰਬੀਡਨ ਗੈਪ ਦੀ ਗੱਲ ਕੀਤੀ ਸੀ ਨਾ। ਫੋਰਬੀਡਨ ਗੈਪ ਜੋ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਦੇ ਵਿਚਕਾਰ ਵਾਲੀ ਸਪੇਸ ਹੋਏਗੀ। ਬਟ ਅਗਰ ਮੈਂ ਗੱਲ ਕਰਾਂ ਜਦੋਂ ਮਿਡਲ ਹੈ ਜੋ ਫੋਰਬੀਡਨ ਗੈਪ ਦਾ ਕੰਡਕਸ਼ਨ ਬੈਂਡ ਤੇ ਵੈਲੈਂਸ ਬੈਂਡ ਵਾਲਾ, ਉਹਦੀ ਜਿਹੜੀ ਪੋਜੀਸ਼ਨ ਹੈ ਜਦੋਂ ਉਹ ਇੰਡੀਪੈਂਡੈਂਟ ਹੋ ਜੂਗੀ ਟੈਂਪਰੇਚਰ ਤੋਂ ਕੀ ਹੋ ਜਾਏਗੀ ਇੰਡੀਪੈਂਡੈਂਟ ਹੋ ਜਾਏਗੀ, ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ ਫਰਮੀ ਲੈਵਲ ਬੋਲਦੇ ਹਾਂ। ਕਲੀਅਰ। ਤਾਂ ਫਰਮੀ ਲੈਵਲ ਕੀ ਹੈ ਪ੍ਰੋਬੇਬਿਲਿਟੀ ਆਫ ਸਟੇਟ ਜਿਹੜੀ ਕੋਰੈਸਪੋਂਡ ਕਿਹਨੂੰ ਕਰਦੀ ਹੈ ਐਨਰਜੀ ਨੂੰ, ਜੋ ਓਕੋਪਾਈ ਬਾਈ ਐਨ ਇਲੈਕਟ੍ਰੋਨ ਐਟ ਟੈਂਪਰੇਚਰ ਟੀ। ਇੱਕ ਇਲੈਕਟ੍ਰੋਨ ਦੇ ਦੁਆਰਾ ਕੀ ਹੈ ਓਕੋਪਾਈ ਕੀਤਾ ਜਾਂਦਾ ਕਿਹੜੇ ਟੈਂਪਰੇਚਰ ਤੇ ਟੀ ਟੈਂਪਰੇਚਰ ਤੇ। ਤਾਂ ਫਰਮੀ ਜੋ ਐਨਰਜੀ ਹੈ ਉਸਦਾ ਫਾਰਮੂਲਾ ਕੀ ਹੁੰਦਾ 1/1 + ਐਕਸਪੋਨੈਂਸ਼ੀਅਲ E - E ਅਲਫਾ ਬਾਈ KT। ਕਲੀਅਰ। ਤਾਂ ਐਟ 0 ਕੈਲਵਿਨ ਫਰਮੀ ਐਨਰਜੀ 0 ਹੋ ਜਾਏਗੀ ਕਿਉਂਕਿ ਟੈਂਪਰੇਚਰ 0 ਹੋ ਗਿਆ। ਦੇਖੋ ਤੇ ਅਗਰ 0 ਕੈਲਵਿਨ ਨਹੀਂ ਹੈ ਤਾਂ ਆਪਣੇ ਕੋਲ ਐਨਰਜੀ ਦੀ ਵੈਲਿਊ ਹਾਫ ਹੋ ਜਾਏਗੀ, ਮਤਲਬ E = E ਅਲਫਾ ਹੋ ਜਾਏਗੀ। ਤਾਂ ਜੋ ਫਰਮੀ ਲੈਵਲ ਦੀ ਅਗਰ ਆਪਾਂ ਗੱਲ ਕਰੀਏ ਐਨਰਜੀ ਦੀ ਉਹ ਕਿਸ ਦੇ ਇਕੁਅਲ ਹੋ ਜੂਗੀ ਹਾਫ ਆਫ Eg/2। ਮੀਨਸ ਹਾਈਐਸਟ ਐਨਰਜੀ ਲੈਵਲ ਕਦੋਂ ਹੋਗੀ ਜਦੋਂ ਇਲੈਕਟ੍ਰੋਨਸ ਕੀ ਹੋ ਜਾਣਗੇ ਓਕੂਪਾਈ ਕਰ ਲੈਣਗੇ। ਨੈਕਸਟ ਆਪਣੇ ਕੋਲ ਕੀ ਹੈ ਐਕਸਟ੍ਰਿੰਸਿਕ ਸੈਮੀਕੰਡਕਟਰ। ਐਕਸਟ੍ਰਿੰਸਿਕ ਕੀ ਹੈ ਦੇਖੋ ਇੰਟ੍ਰਿੰਸਿਕ ਦੇ ਵਿੱਚ ਕੀ ਸੀਗਾ ਸਮਾਲ ਕਰੰਟ ਕੰਡਕਸ਼ਨ ਕੈਪੇਬਿਲਿਟੀ ਸੀਗੀ, ਸੋ ਵੀ ਯੂਜ਼ ਐਕਸਟ੍ਰਿੰਸਿਕ। ਉਹਦੇ ਵਿੱਚ ਕੀ ਹੈ ਕਰੰਟ ਦੀ ਕੈਪੇਬਿਲਿਟੀ ਕੀ ਹੁੰਦੀ ਹੈ ਸਮੋਲ ਹੁੰਦੀ ਹੈ, ਇਸ ਲਈ ਆਪਾਂ ਐਕਸਟ੍ਰਿੰਸਿਕ ਨੂੰ ਯੂਜ਼ ਕਰਾਂਗੇ। ਇਲੈਕਟ੍ਰੀਕਲ ਪ੍ਰੋਪਰਟੀ ਬਾਏ ਆਫ ਸੈਮੀਕੰਡਕਟਰ ਕੈਨ ਬੀ ਇੰਪਰੂਵ ਬਾਏ ਐਡਿੰਗ ਇੰਪਿਊਰਿਟੀ। ਦੇਖੋ ਇੰਟ੍ਰਿੰਸਿਕ ਦੇ ਵਿੱਚ ਇੰਪਿਊਰਿਟੀ ਪ੍ਰੈਜੈਂਟ ਨਹੀਂ ਸੀ, ਬਟ ਐਕਸਟ੍ਰਿੰਸਿਕ ਦੇ ਵਿੱਚ ਕੀ ਪ੍ਰੈਜੈਂਟ ਹੋ ਜੂਗੀ ਹੁਣ ਇੰਪਿਊਰਿਟੀ ਪ੍ਰੈਜੈਂਟ ਹੋਊਗੀ, ਉਹਨੂੰ ਆਪਾਂ ਕੀ ਬੋਲਦੇ ਹਾਂ ਡੋਪਿੰਗ। ਜਦੋਂ ਆਪਾਂ ਕਿਸੇ ਨੂੰ ਇੰਪਿਊਰਿਟੀ ਨੂੰ ਐਡ ਕਰ ਦਿੰਦੇ ਹਾਂ ਉਹ ਕੀ ਬਣ ਜੂਗੀ ਡੋਪਿੰਗ ਬਣ ਜੂਗੀ। ਇੰਪਿਊਰਿਟੀਜ਼ ਜਾਂ ਤਾਂ ਤੁਸੀਂ ਨੰਬਰ ਆਫ ਇਲੈਕਟ੍ਰੋਨ ਇਨਕਰੀਜ਼ ਕਰ ਸਕਦੇ ਹੋ ਜਾਂ ਹੋਲਸ ਨੂੰ। ਦੇਖੋ ਸੈਮੀ ਕੰਡਕਟਰ ਕਿਹੜੇ ਕਿਹੜੇ ਹੁੰਦੇ ਆਪਣੇ ਕੋਲ ਸਿਲੀਕਨ, ਜਰਮੇਨੀਅਮ, ਐਲੂਮੀਨੀਅਮ, ਗੈਲੀਅਮ, ਇੰਡੀਅਮ ਤੇ ਫਾਸਫੋਰਸ। ਦੇਖੋ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ ਕੀ ਹੈ ਇਹ ਗਰੁੱਪ P ਹੈ, ਇਹਦੇ ਵਿੱਚ ਕੀ ਹੈ 4 ਵੈਲੈਂਸ ਇਲੈਕਟ੍ਰੋਨਸ ਨੇ, ਇਹਦੇ ਵਿੱਚ ਕੀ ਹੈ 3 ਨੇ ਐਲੂਮੀਨੀਅਮ ਗੈਲੀਅਮ ਦੇ ਵਿੱਚ 3 ਵੈਲੈਂਸ ਇਲੈਕਟ੍ਰੋਨ ਨੇ, ਫਾਸਫੋਰਸ ਦੇ ਵਿੱਚ 5 ਨੇ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਆਪਾਂ ਗੱਲ ਕਰਾਂਗੇ ਦੇਖੋ ਨੈਕਸਟ ਕੀ ਆਪਣੇ ਕੋਲ ਅਗਰ ਆਪਾਂ ਕਹਿੰਦੇ ਇਫ ਵੀ ਟੇਕ ਥਰਡ ਗਰੁੱਪ ਐਲੀਮੈਂਟ ਦੈਟ ਇਜ਼ B ਇਟ ਹੈਜ਼ 5 ਇਲੈਕਟ੍ਰੋਨ। ਅਗਰ ਆਪਾਂ ਥਰਡ ਗਰੁੱਪ ਲਵਾਂਗੇ ਤਾਂ ਉਹਦੇ ਕੋਲ 5 ਇਲੈਕਟ੍ਰੋਨ ਹੋਣਗੇ, ਸਿੰਪਲ ਜੀ ਗੱਲ ਹੈ। ਜਦੋਂ ਆਪਾਂ B ਇਨਟੂ ਮਤਲਬ ਅਗਰ ਆਪਾਂ B ਨੂੰ ਬਰੋਨ ਨੂੰ ਸਿਲੀਕੋਨ ਦੇ ਵਿੱਚ ਐਡ ਕਰਾਤਾ ਤਾਂ ਕੀ ਕ੍ਰੀਏਟ ਕਰ ਦੂਗਾ ਹੋਲ। ਦੇਖੋ ਇਹਨਾਂ ਨੇ ਕੀਤਾ ਵੀ ਹੋਇਆ, ਦੇਖੋ ਅਗਰ ਮੈਂ ਡਰਾ ਕਰਾਂ ਸਿਲੀਕੋਨ ਦੇ ਕੋਲ ਕਿੰਨੇ ਇਲੈਕਟ੍ਰੋਨ ਸੀ ਵੈਲੈਂਸ 4 ਇਲੈਕਟ੍ਰੋਨ ਸੀਗੇ, ਬਰੋਨ ਦੇ ਕੋਲ ਕਿੰਨੇ ਆਪਣੇ ਕੋਲ 5 ਇਲੈਕਟ੍ਰੋਨਸ ਨੇ। ਕਲੀਅਰ। ਤਾਂ ਇੱਥੇ ਬਰੋਨ ਬਣਾ ਲੈਂਦੇ ਹਾਂ, ਨਾਲ ਕੀ ਆ ਜਾਏਗਾ ਇੱਕ
ਇਹ ਕੀ ਬਣ ਜੂਗਾ ਆਪਣੇ ਕੋਲ, ਹੋਲ ਕੀ ਹੋ ਜਾਏਗਾ ਕ੍ਰੀਏਟ, ਜੋ ਐਕਸਟਰਾ ਇਲੈਕਟ੍ਰੋਨ ਹੈ ਉਹ ਕੀ ਕ੍ਰੀਏਟ ਕਰ ਦੇਗਾ, ਮਤਲਬ ਜਦੋਂ ਉੱਪਰ ਚਲਾ ਜਾਏਗਾ ਤਾਂ ਹੋਲ ਕ੍ਰੀਏਟ ਹੋ ਜਾਏਗਾ। ਐਕਸੈਪਟ ਕੀ ਕਰ ਲੇਗਾ, ਇੰਪਿਊਰਿਟੀ ਨੂੰ ਕੀ ਕਰ ਲੇਗਾ, ਐਕਸੈਪਟ ਕਰ ਲੇਗਾ। ਅਗਰ ਮੈਂ ਸਿਮਿਲਰਲੀ ਫਾਸਫੋਰਸ ਲਵਾਂ, ਅਗਰ ਮੈਂ ਸਿਲੀਕੋਨ ਦੇ ਵਿੱਚ ਕੀ ਐਡ ਕਰਦਾ, ਫਾਸਫੋਰਸ ਐਡ ਕਰ ਲਾਂ, ਤਾਂ ਉੱਥੇ ਕੀ ਹੈ, ਇੱਕ ਐਕਸਟਰਾ ਇਲੈਕਟ੍ਰੋਨ ਹੋ ਜਾਏਗਾ, ਇੱਕ ਐਕਸਟਰਾ ਕੀ ਹੋ ਜਾਏਗਾ, ਇਲੈਕਟ੍ਰੋਨ ਹੋ ਜਾਏਗਾ, ਇੱਕ ਐਕਸਟਰਾ ਇਲੈਕਟ੍ਰੋਨ ਹੋ ਜਾਏਗਾ, ਜਿਹਦੇ ਨਾਲ ਕੀ ਹੈ, ਡੋਨਰ ਇੰਪਿਊਰਿਟੀ ਪਹਿਲਾਂ ਅਸੈਪਟਰ ਬਣ ਰਹੀ ਸੀ, ਹੁਣ ਕੀ ਕਰ ਰਿਹਾ, ਡੋਨੇਟ ਕਰ ਰਿਹਾ ਇੱਕ ਇਲੈਕਟ੍ਰੋਨ ਨੂੰ, ਤਾਂ ਇਸ ਨੂੰ ਕੀ ਕਵਾਂਗੇ, ਡੋਨਰ ਇੰਪਿਊਰਿਟੀ। ਤਾਂ ਇੱਥੇ ਕੀ ਹੈ, ਇੱਕ ਇਲੈਕਟ੍ਰੋਨ ਕੀ ਹੋ ਗਿਆ, ਕ੍ਰੀਏਟ ਹੋ ਗਿਆ। ਇਹੀ ਦੱਸਿਆ ਹੋਇਆ ਤੁਹਾਨੂੰ, ਜਦੋਂ ਫਾਸਫੋਰਸ ਐਡ ਕਰਾਂਗੇ ਸਿਲੀਕੋਨ ਤਾਂ 5 ਇਲੈਕਟ੍ਰੋਨ ਹੋ ਜਾਣਗੇ, ਕਿਉਂਕਿ ਐਕਸਟਰਾ ਇਲੈਕਟ੍ਰੋਨ ਕੀ ਕਰ ਦੂ, ਕ੍ਰੀਏਟ, ਜਿਹਨੂੰ ਡੋਨਰ ਇੰਪਿਊਰਿਟੀ ਕਿਹਾ ਜਾਂਦਾ ਹੈ। ਕਲੀਅਰ ਹੈ ਜੀ। ਨੈਕਸਟ ਹੈ ਐਕਸਟ੍ਰਿੰਸਿਕ ਸੈਮੀਕੰਡਕਟਰ। ਐਕਸਟ੍ਰਿੰਸਿਕ ਸੈਮੀਕੰਡਕਟਰ ਦੇਖੋ ਇਹ ਵੀ ਦੋ ਤਰ੍ਹਾਂ ਦੇ ਹੁੰਦੇ, ਪੀ ਟਾਈਪ ਤੇ ਐਨ ਟਾਈਪ। ਪੀ ਟਾਈਪ ਜੋ ਅਸੈਪਟ ਕਰਦੇ ਆ, ਜਿਸ ਦੀ ਹੁਣ ਆਪਾਂ ਬਰੋਨ ਵਾਲੇ ਦੀ ਕੀ ਲਈ ਹੈ, ਐਗਜ਼ਾਮਪਲ ਲਈ ਹੈ। ਤੇ ਐਨ ਟਾਈਪ ਕੀ ਹੈ, ਡੋਨਰ ਵਾਲੇ, ਜਿਸ ਦੇ ਵਿੱਚ ਆਪਾਂ ਫਾਸਫੋਰਸ ਲਿਆ ਸੀ, ਕਿਉਂਕਿ ਇਹਦੇ ਵਿੱਚ 5 ਇਲੈਕਟ੍ਰੋਨ ਕ੍ਰੀਏਟ ਹੋ ਰਿਹਾ, ਉਸ ਦੇ ਵਿੱਚ ਇੱਕ ਹੋਲ ਕ੍ਰੀਏਟ ਹੋ ਰਿਹਾ। ਤਾਂ ਪੀ ਦੇ ਵਿੱਚ ਨੰਬਰ ਆਫ ਹੋਲਸ ਜ਼ਿਆਦਾ ਹੋਣਗੇ, ਐਨ ਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਜ਼ਿਆਦਾ ਹੋਣਗੇ। ਮਿਨਿਓਰਿਟੀ ਹੋਊਗੀ ਹੋਲਸ ਦੀ, ਇਹਦੇ ਵਿੱਚ ਮਿਨਿਓਰਿਟੀ ਕਿਸ ਦੀ ਹੋਏਗੀ, ਇਲੈਕਟ੍ਰੋਨਸ ਦੀ। ਕਲੀਅਰ, ਬਸ ਇਹ ਸਿੰਪਲ ਜਿਹਾ ਡਿਫਰੈਂਸ ਸੀਗਾ ਇਹਦੇ ਵਿੱਚ। ਤਾਂ ਇਹਨਾਂ ਵਿੱਚ ਇਹੀ ਦੱਸਿਆ ਹੋਇਆ, ਇਲੈਕਟ੍ਰੋਨ ਕੀ ਹੋਣਗੇ, ਕਨਵਰਟ ਹੋ ਜਾਣਗੇ। ਕਿਹਦੇ ਵਿੱਚ, ਅਗਰ ਆਪਾਂ ਗੱਲ ਕਰੀਏ ਇਲੈਕਟ੍ਰੋਨ ਦੀ ਕੰਸਨਟ੍ਰੇਸ਼ਨ ਐਨਰਜੀ ਗੈਪ ਦੇ ਵਿਚਕਾਰ, ਡੋਨਰ ਲੈਵਲ ਤੇ ਕੰਡਕਸ਼ਨ ਬੈਂਡ ਦੇ ਵਿਚਕਾਰ ਹੋਏਗੀ। ਆਹ ਗੈਲੀਅਮ ਤੇ ਸਿਲੀਕੋਨ ਦੀ ਵੈਲਿਊ ਹੋਣਗੀਆਂ। ਟੈਂਪਰੇਚਰ ਦਾ ਕੀ ਇਫੈਕਟ ਪਊਗਾ ਡੋਨਰ ਕੰਸਨਟ੍ਰੇਸ਼ਨ ਤੇ, ਕਿ ਜਿਵੇਂ ਜਿਵੇਂ ਇਹ ਸ਼ੋ ਕੀਤਾ ਹੋਇਆ, ਇਹ ਡੈਂਸਿਟੀ ਹੈ ਆਪਣੇ ਕੋਲ, ਡੈਂਸਿਟੀ ਆਫ ਇਲੈਕਟ੍ਰੋਨ ਹੈ ਕਿਸ ਦੇ ਵਿੱਚ, ਕੰਡਕਸ਼ਨ ਬੈਂਡ ਦੀ। ਕਲੀਅਰ। ਨੈਕਸਟ ਆਪਾਂ ਟੌਪਿਕ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਅੱਜ ਦਾ ਕਲੀਅਰ ਹੋ ਚੁੱਕਿਆ। ਅਗਰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਫੀਡਬੈਕ ਜ਼ਰੂਰ ਦਈਓ, ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ ਸੋ ਮਚ, ਐਂਡ ਟੈਲੀਗ੍ਰਾਮ ਦਾ ਗਰੁੱਪ ਜੁਆਇਨ ਕਰ ਲਿਓ। ਥੈਂਕ ਯੂ।